बहुत ही प्यारे विद्यार्थियों, मैं मनजीत पुरी ਲੈਕਚਰਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਖਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਜ਼ਰ ਹਾਂ ਅੱਜ ਦਾ ਇਹ ਵਿਸ਼ਾ ਲੈ ਕੇ। ਪਿਆਰੇ ਬੱਚਿਓ, ਅੱਜ ਆਪਾਂ ਪੰਜਾਬੀ ਦੇ ਬੜੇ ਹੀ ਪਿਆਰੇ ਔਰ ਦੇਸ਼ ਭਗਤ ਕਵੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਨੂੰ ਪੜ੍ਹਨਾ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੇ ਜੀਵਨ ਬਾਰੇ ਔਰ ख़ास ਕਰਕੇ ਉਹਨਾਂ ਦੀ ਦੇਸ਼ ਭਗਤੀ ਬਾਰੇ ਔਰ ਉਹਨਾਂ ਦੀ ਸ਼ਹੀਦੀ ਬਾਰੇ ਪੜ੍ਹਾਂਗੇ ਔਰ ਇਸ ਦੇ ਨਾਲ ਹੀ ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਉਹਨਾਂ ਦੀਆਂ ਕਵਿਤਾਵਾਂ ਪੜ੍ਹਾਂਗੇ। ਉਹਨਾਂ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਕਰਨ ਤੋਂ ਬਾਅਦ ਉਹਨਾਂ ਕਵਿਤਾਵਾਂ ਦੇ ਕੇਂਦਰੀ ਭਾਵ ਸਮਝਾਂਗੇ। ਤੋ ਪਿਆਰੇ ਬੱਚਿਓ, ਆਓ ਫਿਰ ਆਪਾਂ ਅੱਜ ਦਾ ਇਹ ਲੈਕਚਰ ਸ਼ੁਰੂ ਕਰਦੇ ਹਾਂ। ਬੱਚਿਓ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਦਾ ਸਾਡਾ ਜਿਹੜਾ ਕਵੀ ਆ, ਜਿਸ ਕਵੀ ਬਾਰੇ ਆਪਾਂ ਵਿਸਥਾਰ ਨਾਲ ਪੜ੍ਹਨਾ ਹੈ, ਉਹ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਪੰਜਾਬੀ ਦੇ ਬੜੇ ਹੀ ਪਿਆਰੇ ਕਵੀ ਹੋਣ ਦੇ ਨਾਲ ਇੱਕ ਦੇਸ਼ ਭਗਤ ਔਰ ਇੱਕ ਸ਼ਹੀਦ ਵਜੋਂ ਵੀ ਜਾਣੇ ਜਾਂਦੇ ਆ। ਕਾਲੇ ਪਾਣੀ ਤਖੱਲਸ ਜਿਹੜਾ ਹੈ ਉਹਨਾਂ ਦੇ ਨਾਮ ਦੇ ਪਿਛਲੇ ਪਾਸੇ ਲੱਗਿਆ ਹੋਇਆ, ਜਿਨ੍ਹਾਂ ਦਾ ਨਾਮ ਡਾਕਟਰ ਦੀਵਾਨ ਸਿੰਘ ਸੀ, ਔਰ ਕਾਲੇ ਪਾਣੀ ਤਖੱਲਸ ਜਿਹੜਾ ਉਹਨਾਂ ਦੇ ਨਾਮ ਨਾਲ ਲੱਗਿਆ ਹੋਇਆ ਉਹ ਉਹਨਾਂ ਦੀ ਸ਼ਹੀਦੀ ਔਰ ਦੇਸ਼ ਭਗਤੀ ਨਾਲ ਹੀ ਜੁੜਿਆ ਹੋਇਆ। ਇਸ ਲੈਕਚਰ ਦੇ ਵਿੱਚ ਆਪਾਂ ਅੱਗੇ ਚੱਲ ਕੇ ਦੇਖਾਂਗੇ ਕਿ ਕਾਲੇ ਪਾਣੀ ਕੀ ਹੁੰਦਾ, ਕਿਸ ਚੀਜ਼ ਨੂੰ ਕਾਲੇ ਪਾਣੀ ਕਿਹਾ ਜਾਂਦਾ ਔਰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੇ ਨਾਮ ਦੇ ਨਾਲ ਕਾਲੇ ਪਾਣੀ ਕਿਉਂ ਲੱਗਿਆ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਜਨਮ ਕਦੋਂ ਹੋਇਆ, ਉਹਨਾਂ ਦੇ ਮਾਤਾ ਪਿਤਾ ਕੌਣ ਸਨ। ਇਸ ਤੋਂ ਬਾਅਦ ਆਪਾਂ ਉਹਨਾਂ ਦੀ ਸ਼ਹੀਦੀ ਬਾਰੇ, ਉਹਨਾਂ ਦੀ ਸਿੱਖਿਆ ਬਾਰੇ ਇਸ ਲੈਕਚਰ ਦੇ ਵਿੱਚ ਸਭ ਕੁਝ ਦੇਖਾਂਗੇ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦਾ ਜਨਮ 22 ਮਈ 1897 ਈਸਵੀ ਨੂੰ ਹੋਇਆ ਔਰ ਉਹਨਾਂ ਦਾ ਜਨਮ ਸਥਾਨ ਸੀ ਪਿੰਡ ਗਲੋਟੀਆਂ ਖੁਰਦ, ਜ਼ਿਲ੍ਹਾ ਸਿਆਲਕੋਟ। ਹੁਣ ਇਹ ਦੋਨੋਂ ਹੀ ਥਾਵਾਂ, ਜ਼ਿਲ੍ਹਾ ਸਿਆਲਕੋਟ ਔਰ ਗਲੋਟੀਆਂ ਖੁਰਦ, ਇਹ ਪਾਕਿਸਤਾਨ ਦੇ ਵਿੱਚ ਚਲਿਆ ਗਿਆ 1947 ਤੋਂ ਬਾਅਦ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦਾ ਜਨਮ, ਜਿਵੇਂ ਆਪਾਂ ਦੇਖ ਰਹੇ ਹਾਂ, 1897 ਈਸਵੀ ਦੇ ਵਿੱਚ ਹੋਇਆ ਸੀਗਾ ਅਤੇ 1897 ਈਸਵੀ ਦੇ ਵਿੱਚ ਗਲੋਟੀਆਂ ਖੁਰਦ ਔਰ ਜ਼ਿਲ੍ਹਾ ਸਿਆਲਕੋਟ ਪੁਰਾਣੇ ਪੰਜਾਬ ਦਾ ਹਿੱਸਾ ਸੀ। ਅਤੇ 1947 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੋਈ, ਦੇਸ਼ ਦੀ ਆਜ਼ਾਦੀ ਦੇ ਨਾਲ ਪੰਜਾਬ ਦੀ ਵੰਡ ਹੋਈ, ਤਾਂ ਉਦੋਂ ਇਹ ਜ਼ਿਲ੍ਹਾ ਸਿਆਲਕੋਟ ਆ ਜਿਹੜਾ ਉਹ ਪਾਕਿਸਤਾਨ ਵਾਲੇ ਹਿੱਸੇ ਵਿੱਚ ਚਲਿਆ ਗਿਆ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੇ ਪਿਤਾ ਦਾ ਨਾਮ ਸਰਦਾਰ ਸੁੰਦਰ ਸਿੰਘ ਢਿੱਲੋਂ ਸੀ ਔਰ ਮਾਤਾ ਦਾ ਨਾਮ ਸ਼੍ਰੀਮਤੀ ਇੰਦਰ ਕੌਰ ਸੀ। ਸਾਡਾ ਪੰਜਾਬੀ ਦਾ ਇਹ ਪਿਆਰਾ ਕਵੀ 22 ਮਈ 1897 ਈਸਵੀ ਨੂੰ ਪਿਤਾ ਸਰਦਾਰ ਸੁੰਦਰ ਸਿੰਘ ਢਿੱਲੋਂ ਅਤੇ ਮਾਤਾ ਸ਼੍ਰੀਮਤੀ ਇੰਦਰ ਕੌਰ ਦੇ ਘਰ ਪਿੰਡ ਗਲੋਟੀਆਂ ਖੁਰਦ, ਜ਼ਿਲ੍ਹਾ ਸਿਆਲਕੋਟ ਦੇ ਵਿੱਚ ਜਨਮਿਆ। ਉਹਨਾਂ ਦਾ ਜਨਮ ਸਥਾਨ ਅੱਜ ਕੱਲ੍ਹ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੈ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਜੀਵਨ ਦੀਆਂ ਕੁਝ ਕੁ ਬੜੀਆਂ ਅਹਿਮ ਅਤੇ ਮਹੱਤਵਪੂਰਨ ਜਿਹੜੀਆਂ ਗੱਲਾਂ ਬੱਚਿਓ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਗੱਲ ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਕਿ ਡਾਕਟਰ ਦੀਵਾਨ ਸਿੰਘ ਪੰਜਾਬੀ ਦੇ ਕਵੀ ਹੋਣ ਦੇ ਨਾਲ ਦੇਸ਼ ਭਗਤ ਸਨ। ਅਸਲ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਪੰਜਾਬੀ ਦੇ ਦੇਸ਼ ਭਗਤ ਕਵੀ ਸਨ।
दूसरी अहम गल की आ कि डॉक्टर दीवान सिंह काले पानी सुभाਅ ਦੇ ਪੱਖੋਂ बड़े मस्त अलबेले और विद्रोही सुर वाले व्यक्ति सन। ਪੰਜਾਬੀ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਬਾਰੇ ਇਹ ਗੱਲ ਮੰਨੀ ਜਾਂਦੀ ਹੈ ਕਿ ਉਹ ਤਬੀਅਤ ਪੱਖੋਂ ਸੁਭਾਅ ਦੇ ਪੱਖੋਂ ਬੜੇ ਮਸਤ ਔਰ ਅਲਬੇਲੇ ਕਵੀ ਸੀ। ਔਰ ਇਸੇ ਤਰ੍ਹਾਂ ਹੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਬਾਰੇ ਵੀ ਇਹ ਗੱਲ ਮੰਨੀ ਜਾਂਦੀ ਹੈ ਕਿ ਉਹ ਸੁਭਾਅ ਪੱਖੋਂ ਬੜੇ ਮਸਤ ਅਲਬੇਲੇ ਔਰ ਨਾਲ ਕਿਸੇ ਦੀ ਈਣ ਨਾ ਮੰਨਣ ਵਾਲੇ, ਕਿਸੇ ਦੀ ਗੁਲਾਮੀ ਨਾ ਸਹਿਣ ਕਰਨ ਵਾਲੇ ਔਰ ਵਿਦਰੋਹੀ ਕਿਸਮ ਦੇ ਵਿਅਕਤੀ ਸਨ। 1921 ਈਸਵੀ ਦੇ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਨੇ ਆਪਣੀ ਮੈਡੀਕਲ ਸਰਵਿਸਿਜ਼ ਦੇ ਵਿੱਚ ਡਿਪਲੋਮਾ ਹਾਸਲ ਕੀਤਾ ਅਤੇ ਡਿਪਲੋਮਾ ਹਾਸਲ ਕਰਨ ਤੋਂ ਮਗਰੋਂ ਰਾਵਲਪਿੰਡੀ ਛਾਉਣੀ ਦੇ ਵਿੱਚ ਫੌਜੀ ਡਾਕਟਰ ਵਜੋਂ ਭਰਤੀ ਹੋਏ। ਫੌਜ ਦੇ ਵਿੱਚ ਡਾਕਟਰ 1921 ਦੇ ਵਿੱਚ ਉਹਨਾਂ ਨੇ ਆਪਣੀ ਮੈਡੀਕਲ ਸਰਵਿਸ ਵਿੱਚ ਡਿਪਲੋਮਾ ਹਾਸਲ ਕੀਤਾ ਅਤੇ ਫਿਰ ਰਾਵਲਪਿੰਡੀ ਛਾਉਣੀ ਦੇ ਵਿੱਚ ਫੌਜੀ ਡਾਕਟਰ ਵਜੋਂ ਭਰਤੀ ਹੋ ਗਏ। ਬੱਚਿਓ, ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ ਕਿ ਰਾਵਲਪਿੰਡੀ ਵੀ ਅੱਜ ਕੱਲ੍ਹ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਚਲਿਆ ਗਿਆ। ਕਿਸੇ ਵੇਲੇ ਇਹ ਅਣਵੰਡੇ ਪੰਜਾਬ ਦਾ ਹਿੱਸਾ ਹੁੰਦਾ ਸੀ ਔਰ ਰਾਵਲਪਿੰਡੀ ਬੜਾ ਮਸ਼ਹੂਰ ਸਥਾਨ ਅਤੇ ਬੜਾ ਮਸ਼ਹੂਰ ਸ਼ਹਿਰ ਆ। ਪੰਜਾਬੀ ਦੇ ਬਹੁਤ ਸਾਰੇ ਕਵੀ ਰਾਵਲਪਿੰਡੀ ਨਾਲ ਸੰਬੰਧਿਤ ਰਹੇ ਆ, ਜਿਨ੍ਹਾਂ ਦੇ ਵਿੱਚੋਂ ਪ੍ਰੋਫੈਸਰ ਮੋਹਨ ਸਿੰਘ ਵਰਗੇ ਵੱਡੇ ਕਵੀ ਰਾਵਲਪਿੰਡੀ ਦੇ ਨੇੜੇ ਤੇੜੇ ਜਾਂ ਉਸ ਸ਼ਹਿਰ ਦੇ ਜੰਮੇ ਜਾਏ ਨੇ। ਔਰ ਰਾਵਲਪਿੰਡੀ ਔਰ ਉੱਥੋਂ ਦੀ ਪੋਠੋਹਾਰੀ ਭਾਸ਼ਾ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਵਰਗੇ ਕਵੀਆਂ ਨੇ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖੀਆਂ। ਤਾਂ ਉਸ ਕਵੀਆਂ ਦੇ ਸ਼ਹਿਰ ਦੇ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ 1921 ਦੇ ਵਿੱਚ ਮੈਡੀਕਲ ਸਰਵਿਸ ਵਿੱਚ ਡਿਪਲੋਮਾ ਹਾਸਲ ਕਰਨ ਮਗਰੋਂ ਫੌਜ ਦੇ ਵਿੱਚ ਇੱਕ ਡਾਕਟਰ ਵਜੋਂ ਭਰਤੀ ਹੋਵੇ। ਹੁਣ ਇੱਕ ਗੱਲ ਇੱਥੇ ਵਿੱਚ ਸਮਝਣ ਵਾਲੀ ਇਹ ਹੈ ਕਿ ਜੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇਖੋ ਸੰਨ ਹੈਗਾ 1921, ਇਹਦਾ ਮਤਲਬ ਇਹ ਆ ਕਿ ਭਾਰਤ ਆਜ਼ਾਦ ਹੋਇਆ 1947 ਈਸਵੀ ਦੇ ਵਿੱਚ। ਅਤੇ ਜੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਇੱਕ ਫੌਜੀ ਡਾਕਟਰ ਵਜੋਂ ਭਰਤੀ ਹੁੰਦੇ ਆ 1921 ਦੇ ਵਿੱਚ, ਯਾਨੀ ਕਿ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ, ਤਾਂ ਸੰਭਵ ਹੈ ਇਹ ਗੱਲ ਕਿ ਉਹ ਅੰਗਰੇਜ਼ੀ ਫੌਜ ਦੇ ਡਾਕਟਰ ਵਜੋਂ ਭਰਤੀ ਹੋਏ ਸੀ। ਤਾਂ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ 1921 ਦੇ ਵਿੱਚ ਫੌਜੀ ਡਾਕਟਰ ਵਜੋਂ ਭਰਤੀ ਹੋਏ। 1927 ਈਸਵੀ ਦੇ ਵਿੱਚ ਉਹਨਾਂ ਦੀ ਜਿਹੜੀ ਬਦਲੀ ਕਰਕੇ ਉਹਨਾਂ ਨੂੰ ਅੰਡੇਮਾਨ ਭੇਜ ਦਿੱਤਾ ਗਿਆ। ਅੰਡੇਮਾਨ ਕੀ ਆ ਬੱਚਿਓ ਕਿ ਭਾਰਤ ਦੇ ਜਦੋਂ ਤੁਸੀਂ ਨਕਸ਼ੇ ਨੂੰ ਦੇਖਦੇ ਹੋ ਤਾਂ ਬਿਲਕੁਲ ਥੱਲੜੇ ਪਾਸੇ, ਜਿੱਧਰਲੇ ਪਾਸੇ ਭਾਰਤ ਦੇ ਨਕਸ਼ੇ ਦੇ ਵਿੱਚ ਸ੍ਰੀਲੰਕਾ ਬਣਿਆ ਹੋਇਆ। ਉਸ ਹਿੱਸੇ ਦੇ ਵਿੱਚ ਤੁਸੀਂ ਦੇਖੋਗੇ ਕਿ ਕੁਝ ਕੁ ਟਾਪੂ ਨੇ। ਟਾਪੂ ਬੱਚਿਓ ਉਸ ਜਗ੍ਹਾ ਨੂੰ ਕਿਹਾ ਜਾਂਦਾ ਜਿਸ ਜਗ੍ਹਾ ਦੇ ਚਾਰ ਚੁਫੇਰੇ ਸਮੁੰਦਰ ਹੋਵੇ, ਭਾਵ ਸਮੁੰਦਰ ਦੇ ਵਿਚਕਾਰ ਕੁਝ ਜਗ੍ਹਾ, ਉਸ ਜਗ੍ਹਾ ਨੂੰ ਅਸੀਂ ਟਾਪੂ ਕਹਿ ਦਿੰਦੇ ਹਾਂ। ਤਾਂ ਅੰਡੇਮਾਨ ਜਿਹੜਾ ਜਿਹਦੇ ਬਾਰੇ ਅਸੀਂ ਪੜ੍ਹ ਰਹੇ ਹਾਂ, ਅੰਡੇਮਾਨ ਭਾਰਤ ਦੇ ਟਾਪੂ ਆ। ਉਹਨਾਂ ਟਾਪੂਆਂ ਦੇ ਉੱਪਰ ਅੰਗਰੇਜ਼ਾਂ ਦੀਆਂ ਕੁਝ ਕੁ ਜਿਹੜੀਆਂ ਹੈਗੀਆਂ ਜੇਲ੍ਹਾਂ ਬਣਾਈਆਂ ਹੋਈਆਂ ਸੀ, ਕੁਝ ਕੁ ਰਿਹਾਇਸ਼ੀ ਕਲੋਨੀਆਂ ਵੀ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਖਾਸ ਜਗ੍ਹਾ ਸੀ ਪੋਰਟ ਬਲੇਅਰ, ਜਿਹੜੀ ਕਿ ਅੰਡੇਮਾਨ ਦੀ ਰਾਜਧਾਨੀ ਵੀ ਆ। ਪੋਰਟ ਬਲੇਅਰ ਦੇ ਵਿੱਚ ਅੰਗਰੇਜ਼ਾਂ ਦਾ ਜਿਹੜਾ ਬੜਾ ਇੱਕ ਵੱਡੀ ਜੇਲ੍ਹ ਬਣਾਈ ਹੋਈ ਸੀਗੀ, ਉਹਦੇ ਬਾਰੇ ਵੀ ਮੈਂ ਤੁਹਾਨੂੰ ਵਿਸਥਾਰ ਸਹਿਤ ਅੱਗੇ ਚੱਲ ਕੇ ਦੱਸਾਂਗਾ। ਤਾਂ ਫਿਲਹਾਲ 1927 ਈਸਵੀ ਦੇ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਅੰਡੇਮਾਨ ਭੇਜ ਦਿੱਤਾ ਗਿਆ। ਪਰ ਉੱਥੇ ਹੀ ਇੱਕ ਘਟਨਾ ਇਹ ਵਾਪਰੀ ਕਿ 1944 ਈਸਵੀ ਦੇ ਵਿੱਚ ਅੰਡੇਮਾਨ ਉੱਪਰ ਜਾਪਾਨੀਆਂ ਦਾ ਕਬਜ਼ਾ ਹੋ ਗਿਆ। ਤੋ ਦੇਖੋ, ਜਾਪਾਨ ਔਰ ਜਿਹੜਾ ਬ੍ਰਿਟਿਸ਼ ਹਕੂਮਤ ਸੀ ਉਹ ਇੱਕ ਦੂਜੇ ਦੇ ਖਿਲਾਫ ਸੀਗੀਆਂ। ਅਤੇ 1944 ਦੇ ਵਿੱਚ ਅੰਡੇਮਾਨ ਉੱਪਰ ਜਾਪਾਨੀਆਂ ਦਾ ਜਦੋਂ ਕਬਜ਼ਾ ਹੋਇਆ ਅਤੇ ਉਹਨਾਂ ਨੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਅਰੈਸਟ ਕਰ ਲਿਆ। ਅਰੈਸਟ ਕਰਕੇ ਅਤੇ ਉੱਥੇ ਹੀ 14 ਜਨਵਰੀ 1944 ਈਸਵੀ ਨੂੰ ਸੈਲੂਲਰ ਜੇਲ੍ਹ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
ਹੁਣ ਮੈਂ ਜਿਹੜੀ ਗੱਲ ਬੱਚਿਓ ਤੁਹਾਨੂੰ ਦੱਸਣੀ ਚਾਹ ਰਿਹਾ ਸੀ ਉਹ ਇਹ ਸੀ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੇ ਨਾਮ ਦੇ ਨਾਲ ਕਾਲੇ ਪਾਣੀ ਸ਼ਬਦ ਕਿੱਥੋਂ ਜੁੜਿਆ। ਉਹਨਾਂ ਦੇ ਨਾਮ ਦੇ ਨਾਲ ਇਹ ਸ਼ਬਦ ਇੱਥੋਂ ਹੀ ਜੁੜਿਆ, ਸੈਲੂਲਰ ਜੇਲ੍ਹ ਦੇ ਵਿੱਚੋਂ ਹੀ। ਸੈਲੂਲਰ ਜੇਲ੍ਹ ਕੀ ਚੀਜ਼ ਹੈ, ਇੱਕ ਵਾਰੀ ਮੈਂ ਤੁਹਾਨੂੰ ਇਹਦੀ ਤਸਵੀਰ ਦਿਖਾਉਣਾ ਕਿ ਬੱਚਿਓ ਇਹ ਅੰਡੇਮਾਨ ਦੇ ਵਿੱਚ ਬਣੀ ਹੋਈ ਸੈਲੂਲਰ ਜੇਲ੍ਹ ਆ। ਇਹਦਾ ਆ ਜੇਲ੍ਹ ਦਾ ਜਿਹੜਾ ਹੈਗਾ ਮੁੱਖ ਦੁਆਰ ਆ, ਔਰ ਇਹ ਜੇਲ੍ਹ ਦੀਆਂ ਨਿੱਕੀਆਂ ਨਿੱਕੀਆਂ ਬੈਰਕਸ ਨੇ ਜਿੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਇਹ ਜੇਲ੍ਹ ਕਿਸੇ ਵੇਲੇ ਅੰਗਰੇਜ਼ਾਂ ਨੇ ਬਣਾਈ ਸੀਗੀ, ਔਰ ਬਿਲਕੁਲ ਪਾਣੀਆਂ ਦੇ ਵਿਚਕਾਰ, ਹੈ ਨਾ, ਚਾਰੇ ਪਾਸੇ ਸਮੁੰਦਰ ਸੀ ਔਰ ਸਮੁੰਦਰ ਦੇ ਵਿਚਾਲੇ ਇਹ ਇੱਕ ਬਹੁਤ ਵੱਡੀ ਜੇਲ੍ਹ ਸੀ, ਆਕਾਰ ਦੇ ਪੱਖੋਂ ਵੀ ਬਹੁਤ ਵੱਡੀ। ਔਰ ਇਹ ਜਿਹੜੀਆਂ ਇਹਦੇ ਵਿੱਚ ਬੈਰਕਸ ਬਣੀਆਂ ਹੋਈਆਂ, ਇਹ ਜਿਹੜੀਆਂ ਜਿਨ੍ਹਾਂ ਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ, ਇਹ ਬਿਲਕੁਲ ਛੋਟੀਆਂ ਛੋਟੀਆਂ ਸੀ, ਜਿਹਦੇ ਵਿੱਚ ਬੰਦਾ ਮਸਾਂ ਵੱਧ ਤੋਂ ਵੱਧ ਬਹਿ ਸਕਦਾ ਸੀ ਅਤੇ ਮਸਾਂ ਪੂਰਾ ਜੇ ਪੈਣਾ ਚਾਹਵੇ ਤਾਂ ਪੈ ਸਕਦਾ ਸੀ। ਬਿਲਕੁਲ ਛੋਟੇ ਛੋਟੇ ਇਹ ਸੈੱਲ ਸੀਗੇ ਜੇਲ੍ਹ ਦੇ, ਜਿਹਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਤਾਂ ਕੀ ਹੁੰਦਾ ਸੀ ਕਿ ਜਿਹੜੇ ਅੰਗਰੇਜ਼ ਸੀਗੇ ਉਹ ਖਤਰਨਾਕ ਕਿਸਮ ਦੇ ਅਪਰਾਧੀਆਂ ਨੂੰ ਜਾਂ ਡਾਕੂਆਂ ਨੂੰ ਉਹ ਜਦੋਂ ਕੋਈ ਸਜ਼ਾ ਦਿੰਦੇ ਸੀ ਤਾਂ ਉਹ ਇਸ ਸੈਲੂਲਰ ਜੇਲ੍ਹ ਦੇ ਵਿੱਚ ਭੇਜ ਦਿੰਦੇ ਸੀ। ਇਹ ਸੈਲੂਲਰ ਜੇਲ੍ਹ ਪਾਣੀਆਂ ਦੇ ਐਨ ਵਿਚਕਾਰ, ਭਾਵ ਸਮੁੰਦਰ ਦੇ ਵਿਚਕਾਰ ਹੋਣ ਕਰਕੇ ਪੰਜਾਬ ਦੇ ਲੋਕ ਇਸ ਜੇਲ੍ਹ ਨੂੰ ਕਾਲੇ ਪਾਣੀ ਕਹਿੰਦੇ ਹੁੰਦੇ ਸੀ। ਜਦੋਂ ਤੁਸੀਂ ਦੇਖੋ ਪੰਜਾਬ ਦੇ ਬਹੁਤ ਸਾਰੀਆਂ ਲੋਕ ਕਥਾਵਾਂ ਦੇ ਵਿੱਚ, ਪੰਜਾਬ ਦੀਆਂ ਬਹੁਤ ਸਾਰੀਆਂ ਕਹਾਣੀਆਂ ਦੇ ਵਿੱਚ ਇਸ ਕਾਲੇ ਪਾਣੀ ਸ਼ਬਦ ਦਾ ਜ਼ਿਕਰ ਆਉਂਦਾ। ਜਿੱਦਾਂ ਅਸੀਂ ਪੰਜਾਬੀ ਦੇ ਵਿੱਚ, ਸਾਡੀ ਪੰਜਾਬੀ ਦੀ ਇੱਕ ਦੰਤ ਕਥਾ ਜਾਂ ਲੋਕ ਕਹਾਣੀ ਜਿਉਣਾ ਮੌੜ ਪੜ੍ਹਦੇ ਹਾਂ, ਹੈ ਨਾ, ਅਤੇ ਉਹ 'ਚ ਪੜ੍ਹਦੇ ਹਾਂ ਕਿ ਜਿਉਣੇ ਮੌੜ ਦੇ ਭਰਾ ਕਿਸ਼ਨੇ ਮੌੜ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਸੀ। ਭਾਵ ਕਿ ਉਹ, ਕਿਉਂਕਿ ਕਿਸ਼ਨਾ ਮੌੜ ਇੱਕ ਡਾਕੂ ਸੀਗਾ ਅਤੇ ਡਾਕੂ ਨੂੰ ਜਦੋਂ ਅੰਗਰੇਜ਼ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਤਾਂ ਇਸ ਸੈਲੂਲਰ ਜੇਲ੍ਹ ਦੇ ਵਿੱਚ ਭੇਜਤਾ। ਤਾਂ ਇਸ ਸੈਲੂਲਰ ਜੇਲ੍ਹ ਦੇ ਵਿੱਚ ਜਾਣ ਕਰਕੇ ਹੀ ਕਿਹਾ ਜਾਂਦਾ ਸੀ ਕਿ ਕਿਸ਼ਨੇ ਮੌੜ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ। ਜਿਹੜਾ ਬੰਦਾ ਇਸ ਜੇਲ੍ਹ ਦੇ ਵਿੱਚ ਪਹੁੰਚ ਜਾਂਦਾ ਸੀ ਉਹਨੂੰ ਕਹਿੰਦੇ ਸੀ ਕਿ ਇਹਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ। ਤਾਂ ਇੱਥੇ ਇਹ ਇੰਨੀ ਖਤਰਨਾਕ ਜਗ੍ਹਾ ਸੀ ਕਿ ਜਿਹੜਾ ਕੈਦੀ ਇੱਕ ਵਾਰ ਇਸ ਜੇਲ੍ਹ ਦੇ ਵਿੱਚ ਚਲਾ ਜਾਂਦਾ ਸੀ ਤਾਂ ਉਹਦੇ ਵਾਪਸ ਮੁੜਨ ਦੀ ਆਸ ਲਗਭਗ ਲਾਹ ਦਿੱਤੀ ਜਾਂਦੀ ਸੀ। ਤਾਂ ਡਾਕਟਰ ਦੀਵਾਨ ਸਿੰਘ ਜਦੋਂ 1927 ਦੇ ਵਿੱਚ ਅੰਡੇਮਾਨ ਚਲੇ ਗਏ ਤਾਂ ਉਹ ਤੋਂ ਬਾਅਦ, ਕਿਉਂਕਿ ਉਹ ਕਾਲੇ ਪਾਣੀ ਦੇ ਨਾਮ ਨਾਲ ਜਾਣੀ ਜਾਂਦੀ ਜਗ੍ਹਾ ਸੀ, ਤਾਂ ਡਾਕਟਰ ਦੀਵਾਨ ਸਿੰਘ ਹੋਰਾਂ ਨੇ ਆਪਣੇ ਨਾਮ ਦੇ ਪਿਛਲੇ ਪਾਸੇ ਕਾਲੇ ਪਾਣੀ ਸ਼ਬਦ ਆ ਜਿਹੜਾ ਉਹ ਤਖੱਲਸ ਵਜੋਂ ਜੋੜ ਲਿਆ। ਅਤੇ ਇਸ ਜੇਲ੍ਹ ਦੇ ਵਿੱਚ ਹੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੀ ਸ਼ਹਾਦਤ ਹੋਈ, ਜਿਹੜੀ ਕਿ ਜਾਪਾਨੀਆਂ ਨੇ ਉਹਨਾਂ ਨੂੰ ਬੜੇ ਹੀ ਤਸੀਹੇ ਦੇ ਕੇ ਇੱਥੇ ਸ਼ਹੀਦ ਕਰ ਦਿੱਤਾ। ਇਸ ਮਾਣਮੱਤੇ ਔਰ ਪੰਜਾਬੀ ਦੇ ਦੇਸ਼ ਭਗਤ ਕਵੀ ਨੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਹੁਣ ਤੱਕ ਪੰਜ ਪੰਜਾਬੀ ਕਵਿਤਾ ਦੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ 'ਚੋਂ ਪਹਿਲੀ ਕਿਤਾਬ ਸੀ ਵਗਦੇ ਪਾਣੀ, ਦੂਸਰੀ ਕਿਤਾਬ ਦਾ ਨਾਮ ਸੀ ਅੰਮ੍ਰਿਤ ਲਹਿਰਾਂ, ਤੀਸਰੀ ਕਿਤਾਬ ਦਾ ਨਾਮ ਸੀ ਮੇਰਾ ਜੀਵਨ ਮੇਰਾ ਗੀਤ, ਔਰ ਚੌਥੀ ਕਿਤਾਬ ਦਾ ਨਾਮ ਸੀ ਸਹਿਜ ਸੰਚਾਰ, ਪੰਜਵੀਂ ਕਿਤਾਬ ਹੈ ਮਲਿਆਂ ਦੇ ਬੇਰ। ਇਹ ਪੰਜ ਕਵਿਤਾ ਦੀਆਂ ਕਿਤਾਬਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਹੜੀਆਂ ਆਪਣੇ ਆਪ ਦੇ ਵਿੱਚ ਬੜੀਆਂ ਖੂਬਸੂਰਤ ਅਤੇ ਵਿਲੱਖਣ ਕਵਿਤਾ ਦਾ ਨਮੂਨਾ। ਤੋ ਅਗਲੀ ਗੱਲ ਆ ਜਿਹੜੀ ਬੱਚੇ ਉਹ ਸਾਡੇ ਪਾਠਕ੍ਰਮ ਦੇ ਵਿੱਚ ਜੋ ਸ਼ਾਮਲ ਆ ਕਵਿਤਾਵਾਂ, ਆਪਾਂ ਉਹ ਇਸ ਲੈਕਚਰ ਦੇ ਵਿੱਚ ਅੱਗੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਕਵਿਤਾ ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੀ ਵਗਦੇ ਪਾਣੀ। ਦੇਖੋ, ਪਾਣੀਆਂ ਦੇ ਵਿੱਚ ਕਵੀ ਦੇ ਉੱਪਰ ਉਸ ਦੇ ਆਲੇ ਦੁਆਲੇ ਦਾ, ਉਸ ਦੇ ਵਾਤਾਵਰਣ ਦਾ ਅਸਰ ਬਹੁਤ ਗਹਿਰੇ ਰੂਪ 'ਚ ਪੈਂਦਾ, ਕਿਉਂਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਅੰਡੇਮਾਨ ਰਹੇ ਕਾਫੀ ਸਮਾਂ। ਤਾਂ ਅੰਡੇਮਾਨ ਕੀ ਸੀ ਕਿ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਪਾਣੀਆਂ ਦੇ ਵਿੱਚ ਘਿਰੀ ਹੋਈ ਇੱਕ ਧਰਤੀ ਸੀ, ਆਲੇ ਦੁਆਲੇ ਪਾਣੀ ਸੀ,
ਤਾਂ ਦੇਖੋ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੀ ਪਹਿਲੀ ਕਿਤਾਬ ਦਾ ਨਾਮ ਵੀ ਵਗਦੇ ਪਾਣੀ, ਪਾਣੀਆਂ ਬਾਰੇ ਉਹ ਕਵਿਤਾ ਲਿਖ ਰਹੇ ਨੇ, ਹੈ ਨਾ, ਕਿ ਪਾਣੀ ਉਹਨਾਂ ਦੇ ਕਵਿਤਾ ਦੇ ਵਿੱਚ ਇੱਕ ਚਿਹਨ ਵਜੋਂ, ਇੱਕ ਸਿੰਬਲ ਵਜੋਂ ਪੇਸ਼ ਹੋ ਰਿਹਾ ਹੈ ਨਾ। ਤਾਂ ਕੀ ਲਿਖਦੇ ਨੇ ਕਿ ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੌਂਦੇ ਨੇ, ਖੜੋਂਦੇ ਬੁੱਸਦੇ ਨੇ, ਕਿ ਪਾਣੀ ਵਗਦੇ ਹੀ ਰਹਿਣ। ਜਿੰਦਾਂ ਮਿਲੀਆਂ ਹੀ ਰਹਿਣ, ਕਿ ਮਿਲੀਆਂ ਜਿੰਦੀਆਂ ਨੇ, ਵਿਛੜਿਆਂ ਮਰਦੀਆਂ ਨੇ, ਕਿ ਜਿੰਦਾਂ ਮਿਲੀਆਂ ਹੀ ਰਹਿਣ। ਰੂਹਾਂ ਉੱਡਦੀਆਂ ਹੀ ਰਹਿਣ, ਇਹ ਉੱਡਿਆਂ ਚੜ੍ਹਦੀਆਂ ਨੇ, ਅਟਕਿਆਂ ਡਿੱਗਦੀਆਂ ਨੇ, ਕਿ ਰੂਹਾਂ ਉੱਡਦੀਆਂ ਹੀ ਰਹਿਣ। ਅਤੇ ਮੈਂ ਟੁਰਦਾ ਹੀ ਰਹਾਂ, ਕਿ ਟੁਰਿਆਂ ਵੱਧਦਾ ਹਾਂ, ਖਲੋਇਆਂ ਘਟਣਾ ਹਾਂ, ਕਿ ਹਾਂ ਮੈਂ ਟੁਰਦਾ ਹੀ ਰਹਾਂ। ਇਹ ਇੱਕ ਛੋਟੀ ਜਿਹੀ ਕਵਿਤਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੀ ਲਿਖੀ ਹੋਈ ਹੈ, ਜਿਹਦੇ ਵਿੱਚ ਬੱਚਿਓ ਡਾਕਟਰ ਸਾਹਿਬ ਵਗਦੇ ਪਾਣੀ ਔਰ ਖੜੋਤੇ ਪਾਣੀ ਦੇ ਚਿਹਨ ਰਾਹੀਂ ਆਪਣੀ ਗੱਲ ਆ ਉਹ ਕਹਿਣ ਦੀ ਕੋਸ਼ਿਸ਼ ਕਰਦੇ ਆ। ਤੋ ਅਸੀਂ ਵੀ ਇਸ ਗੱਲ ਨੂੰ ਇਸੇ ਤਰ੍ਹਾਂ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਕਵਿਤਾ ਦੇ ਵਿੱਚ ਅਸਲ ਵਿੱਚ ਹੈ ਕੀ ਹੈ। ਦੇਖੋ, ਦੋ ਸਿੰਬਲ ਨੇ ਸਾਡੇ ਕੋਲ ਇਸ ਕਵਿਤਾ ਦੇ ਵਿੱਚ। ਪਹਿਲਾ ਸਿੰਬਲ ਹੈ ਵਗਦਾ ਪਾਣੀ। ਦੇਖੋ, ਜਿਹੜਾ ਪਾਣੀ ਵਗ ਰਿਹਾ ਪਿਆਰੇ ਬੱਚਿਓ, ਉਹ ਤੁਹਾਡੇ ਸਾਹਮਣੇ ਉਹਦੀ ਇੱਕ ਮੈਂ ਤਸਵੀਰ ਲਗਾਈ ਆ, ਜਿਹਦੇ ਵਿੱਚ ਤੁਸੀਂ ਖੁਦ ਵੀ ਮਹਿਸੂਸ ਕਰ ਸਕਦੇ ਹੋ। ਦੇਖੋ, ਇਸ ਜਗ੍ਹਾ ਤੋਂ ਜਦੋਂ ਤੁਸੀਂ ਪਾਣੀ ਨੂੰ ਦੇਖੋਗੇ ਤਾਂ ਕਿੰਨਾ ਸਾਫ਼ ਆ, ਸ਼ੁੱਧ ਆ, ਹੈ ਨਾ, ਔਰ ਇਹਦੇ ਵਿੱਚ ਪਵਿੱਤਰਤਾ ਰਲੀ ਹੋਈ ਆ, ਇਹਦੇ ਵਿੱਚ ਤਾਜ਼ਗੀ ਰਲੀ ਹੋਈ ਆ। ਔਰ ਇਹਦੇ ਹੀ ਮੁਕਾਬਲੇ ਜੇ ਤੁਸੀਂ ਆਹ ਤਸਵੀਰ ਦੇਖੋ ਤਾਂ ਇਹ ਇੱਕ ਖੜ੍ਹਾ ਹੋਇਆ ਪਾਣੀ ਆ। ਖੜ੍ਹੇ ਹੋਏ ਪਾਣੀ ਦੇ ਵਿੱਚ ਕੀ ਆ ਕਿ ਦੇਖੋ, ਇਹ ਸਾਫ਼ ਨਹੀਂ ਗਾ, ਸਵੱਛ ਨਹੀਂ ਗਾ, ਔਰ ਇਹਦੇ ਵਿੱਚ ਬਦਬੂ ਮਾਰ ਰਹੀ ਆ। ਤਾਂ ਦੇਖੋ, ਫਰਕ ਸਾਨੂੰ ਕੀ ਲੱਭਿਆ ਹੁਣ ਤੱਕ। ਵਗਦਾ ਪਾਣੀ ਆ ਜਿਹੜਾ, ਉਹਦੇ ਵਿੱਚ ਕੀ ਹੁੰਦੀ ਆ, ਤਾਜ਼ਗੀ ਹੁੰਦੀ ਆ, ਸਵੱਛਤਾ ਹੁੰਦੀ ਆ, ਔਰ ਇਹ ਜੇ ਦੋਨੋਂ ਚੀਜ਼ਾਂ ਹੈਗੀਆਂ ਤਾਂ ਫਿਰ ਇਹਦੇ ਵਿੱਚ ਜੀਵਨ ਹੁੰਦਾ, ਵਗਦੇ ਪਾਣੀ ਦੇ ਵਿੱਚ। ਔਰ ਇਹ ਪਾਣੀ ਜਿਹੜਾ ਵਗਦਾ ਹੋਇਆ ਪਾਣੀ ਆ, ਜਿਹੜਾ ਪੀਣ ਯੋਗ ਪਾਣੀ ਆ, ਜਿਹੜਾ ਧਰਤੀ ਨੂੰ ਹਰੀ ਭਰੀ ਬਣਾਉਂਦਾ, ਜਿਹੜਾ ਹਰ ਇੱਕ ਬਨਸਪਤੀ ਨੂੰ, ਮਨੁੱਖ ਨੂੰ, ਹਰ ਇੱਕ ਜੀਵ ਜੰਤੂ ਨੂੰ ਜ਼ਿੰਦਗੀ ਬਖਸ਼ਦਾ, ਉਹ ਵਗਦਾ ਹੋਇਆ ਪਾਣੀ ਆ। ਇਹ ਗੱਲ ਅਸੀਂ ਮਹਿਸੂਸ ਕਰ ਸਕਦੇ ਹਾਂ ਬੱਚੇ। ਦੂਸਰੇ ਪਾਸੇ ਸਾਡੇ ਕੋਲ ਕਿਹੜਾ ਪਾਣੀ ਆ, ਖੜਿਆ ਹੋਇਆ ਪਾਣੀ। ਖੜ੍ਹੇ ਪਾਣੀ 'ਚ ਕੀ ਆ, ਬਦਬੂ ਆ, ਪ੍ਰਦੂਸ਼ਣ ਆ, ਔਰ ਜੇ ਇਹ ਦੋਨੋਂ ਚੀਜ਼ਾਂ ਤੇ ਖੜ੍ਹੇ ਹੋਏ ਪਾਣੀ 'ਚ ਕੀ ਆ, ਮੌਤ ਆ। ਹੁਣ ਇਹ ਦੋ ਚੀਜ਼ਾਂ ਨੂੰ ਇੱਕ ਦੂਜੇ ਦੇ ਸਮਾਨਾਂਤਰ ਰੱਖ ਕੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਸਾਨੂੰ ਜੀਵਨ ਦਾ ਇੱਕ ਫਲਸਫਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਉਹ ਕੀ ਫਲਸਫਾ ਹੈ ਜੀਵਨ ਦਾ? ਜਿਵੇਂ ਦੇਖੋ, ਅਸੀਂ ਇਹਦੇ ਵਿੱਚ ਪੜ੍ਹਿਆ ਕਿ ਜਿਹੜਾ ਵਗਦਾ ਹੋਇਆ ਪਾਣੀ ਆ ਉਹਦੇ ਵਿੱਚ ਤਾਜ਼ਗੀ ਆ, ਸਵੱਛਤਾ, ਹੈ ਨਾ। ਜੇ ਇਹ ਤਾਜ਼ਗੀ ਆ, ਸਵੱਛਤਾ, ਤਾਂ ਇਹ ਪਾਣੀ ਹਰ ਇੱਕ ਬਨਸਪਤੀ ਨੂੰ, ਮਨੁੱਖ ਨੂੰ, ਜੀਵ ਜੰਤੂ ਨੂੰ ਜੀਵਨ ਦੇ ਸਕਦਾ। ਇਸੇ ਕਰਕੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਕਿਹਾ ਕਿ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਭਾਵ ਕਿ ਜ਼ਿੰਦਗੀ ਜਿਉਣ ਲਈ ਸਭ ਤੋਂ ਪਹਿਲੀ ਲੋੜ ਆ ਜਿਹੜੀ, ਉਹ ਪਾਣੀ ਆ, ਜਿਹਦੇ ਨਾਲ ਸਭ ਕੁਝ ਹਰਿਆ ਭਰਿਆ ਹੁੰਦਾ। ਪਰ ਉਹਦੇ ਮੁਕਾਬਲੇ ਜਿਹੜਾ ਖੜ੍ਹਿਆ ਹੋਇਆ ਅਤੇ ਮੁਸ਼ਕਿਆ ਹੋਇਆ ਪਾਣੀ ਆ, ਉਹਨੂੰ ਨਾ ਹੀ ਪੀਤਾ ਜਾ ਸਕਦਾ, ਔਰ ਨਾ ਹੀ ਉਹ ਕਿਸੇ ਬਨਸਪਤੀ ਨੂੰ ਜਾਂ ਜੀਵ ਜੰਤੂ ਨੂੰ ਜ਼ਿੰਦਗੀ ਬਖਸ਼ ਸਕਦਾ। ਇਸ ਕਰਕੇ ਖੜ੍ਹੇ ਹੋਏ ਪਾਣੀ ਦੇ ਵਿੱਚ ਮੌਤ ਆ। ਤਾਂ ਇਸ ਸਿੰਬਲ ਦੇ ਰਾਹੀਂ ਕਵੀ ਅਸਲ ਵਿੱਚ ਸਮਝਾਉਣ ਦੀ ਕੀ ਕੋਸ਼ਿਸ਼ ਕਰਦੇ ਆ ਕਿ ਵਗਦੇ ਪਾਣੀ ਆ ਜਿਹੜੇ, ਉਹ ਜ਼ਿੰਦਗੀ ਦੀ ਗਤੀਸ਼ੀਲਤਾ ਦਾ ਚਿਹਨ ਆ, ਵਿਕਾਸ ਦਾ ਚਿਹਨ ਆ। ਕਿ ਅਸਲ ਜ਼ਿੰਦਗੀ ਉਹ ਜ਼ਿੰਦਗੀ ਆ ਜਿਹੜੀ ਵਿਕਾਸ ਕਰ ਰਹੀ ਹੈ, ਜਿਹੜੀ ਗਤੀਸ਼ੀਲਤਾ ਦੇ ਵਿੱਚ ਹੈ। ਔਰ ਖੜ੍ਹੇ ਪਾਣੀ ਕਿਸ ਚੀਜ਼ ਦਾ ਚਿਹਨ ਆ? ਵਿਅਰਥ ਜ਼ਿੰਦਗੀ ਦਾ, ਰੁਕੀ ਹੋਈ ਜ਼ਿੰਦਗੀ ਦਾ। ਜੇਕਰ ਸਾਡੀ ਜ਼ਿੰਦਗੀ ਕਿਸੇ ਸਥਾਨ 'ਤੇ ਰੁਕ ਗਈ ਤਾਂ ਉਹ ਵਿਅਰਥ ਹੋ ਜੂਗੀ ਅਤੇ ਉਹਦਾ ਕੋਈ ਅਰਥ ਨਹੀਂ ਰਹਿਣਾ।
ਲੇਕਿਨ ਜਿਹੜੀ ਜੇ ਵਗਦੇ ਪਾਣੀ ਵਰਗੀ ਜ਼ਿੰਦਗੀ ਆ, ਉਹਦੇ ਵਿੱਚ ਤਾਜ਼ਗੀ ਆ, ਉਹਦੇ ਵਿੱਚ ਗਤੀਸ਼ੀਲਤਾ, ਔਰ ਅਸੀਂ ਲਗਾਤਾਰ ਵਿਕਾਸ ਕਰ ਰਹੇ ਹਾਂ, ਤਾਂ ਹੀ ਉਹ ਅਸਲ ਜ਼ਿੰਦਗੀ ਆ। ਔਰ ਇਹਦੇ ਨਾਲ ਹੀ ਉਹ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਜੋ ਦੇਖੋ ਬੱਚਿਓ, ਇਸੇ ਕਰਕੇ ਹੀ ਉਹ ਕਹਿ ਰਹੇ ਨੇ ਕਿ ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੁਹੰਦੇ ਨੇ, ਵਗਦੇ ਹੋਏ ਚੰਗੇ ਲੱਗਦੇ ਨੇ, ਖੜੋਂਦੇ ਬੁੱਸਦੇ ਨੇ, ਜੇ ਖੜ ਜਾਂਦੇ ਤਾਂ ਮੁਸ਼ਕ ਮਾਰਨ ਲੱਗ ਜਾਂਦੇ ਆ। ਪਾਣੀ ਵਗਦੇ ਹੀ ਰਹਿਣ। ਇਸੇ ਤਰ੍ਹਾਂ ਹੀ ਫਿਰ ਕਹਿੰਦੇ ਨੇ ਕਿ ਜਿੰਦਾਂ ਮਿਲੀਆਂ ਹੀ ਰਹਿਣ, ਕਿ ਮਿਲੀਆਂ ਜੀਂਦੀਆਂ ਨੇ, ਵਿਛੜਿਆ ਮਰਦੀਆਂ ਨੇ, ਕਿ ਧਰਤੀ 'ਤੇ ਸਾਨੂੰ ਜਿਉਂਦੇ ਰਹਿਣ ਲਈ ਇੱਕ ਦੂਜੇ ਦੇ ਸਹਾਰੇ ਦੀ, ਇੱਕ ਦੂਜੇ ਦੇ ਸਾਥ ਦੀ ਵੀ ਜ਼ਰੂਰਤ ਪੈਂਦੀ ਰਹਿੰਦੀ ਆ। ਔਰ ਜੇ ਸਾਨੂੰ ਕਿਸੇ ਦਾ ਸਾਥ ਜਾਂ ਸਹਾਰਾ ਨਾ ਮਿਲੇ ਤਾਂ ਇਕੱਲਾ ਕਾਰਾ ਮਨੁੱਖ ਕਦੇ ਵੀ ਜਿਉਂਦਾ ਨਹੀਂ ਰਹਿ ਸਕਦਾ, ਅਤੇ ਵਿਛੜ ਕੇ ਬੰਦਾ ਜਿਹੜਾ ਹੈਗਾ ਮਰ ਜਾਂਦਾ ਇਕੱਲਾ ਕਾਰਾ ਹੋ ਕੇ। ਅਤੇ ਜਿਉਣ ਵਾਸਤੇ ਇੱਕ ਦੂਜੇ ਨਾਲ ਮਿਲਾਪ, ਇੱਕ ਦੂਜੇ ਨਾਲ ਸਹਿਯੋਗ, ਇੱਕ ਦੂਜੇ ਦਾ ਆਸਰਾ, ਇੱਕ ਦੂਜੇ ਦਾ ਸਹਾਰਾ ਬੜਾ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਕਿ ਰੂਹਾਂ ਉੱਡਦੀਆਂ ਹੀ ਰਹਿਣ, ਕਿ ਉੱਡਿਆਂ ਚੜ੍ਹਦੀਆਂ ਨੇ, ਅਟਕਿਆਂ ਡਿੱਗਦੀਆਂ ਨੇ, ਕਿ ਰੂਹਾਂ ਉੱਡਦੀਆਂ ਹੀ ਰਹਿਣ। ਭਾਵ ਕਿ ਸਾਡੀ ਰੂਹ ਵੀ ਜਿਹੜੀ ਹੈਗੀ ਆ ਉਹ ਉੱਪਰ ਵੱਲ ਨੂੰ ਉਡਾਰੀਆਂ ਲਾਉਂਦੀ ਰਹਿਣੀ ਚਾਹੀਦੀ ਆ, ਅਟਕਣੀ ਨਹੀਂ ਚਾਹੀਦੀ। ਭਾਵ ਕਿ ਸਾਡੀ ਸੋਚ, ਸਾਡਾ ਜ਼ਿਹਨ ਲਗਾਤਾਰ ਅੱਗੇ ਵੱਲ ਨੂੰ ਵੱਧਦਾ ਰਹਿਣਾ ਚਾਹੀਦਾ। ਔਰ ਆਖਰੀ ਗੱਲ ਉਹ ਖੁਦ ਬਾਰੇ ਕਹਿ ਰਹੇ ਨੇ ਕਿ ਮੈਂ ਵੀ ਤੁਰਦਾ ਹੀ ਰਹਾਂ, ਕਿ ਤੁਰਿਆਂ ਵੱਧਦਾ ਹਾਂ, ਖਲੋਇਆਂ ਘਟਨਾ ਹਾਂ। ਦੇਖੋ ਤੁਰਨ ਨਾਲ ਹੀ ਕਹਿੰਦੇ, ਤੁਰਨ ਤੋਂ ਭਾਵ ਹੈ ਕਿ ਬੰਦਾ ਲਗਾਤਾਰ ਵਿਕਾਸ ਕਰਦਾ ਰਹੇ। ਜਿਵੇਂ ਜਿਵੇਂ ਵਿਕਾਸ ਕਰਦਾ ਰਹੂਗਾ ਉਵੇਂ ਉਵੇਂ ਉਹ ਵੱਧਦਾ ਰਹੂਗਾ, ਅੱਗੇ ਵੱਧਦਾ ਰਹੂਗਾ, ਜੀਵਨ 'ਚ ਕਾਮਯਾਬ ਹੁੰਦਾ ਰਹੂਗਾ। ਔਰ ਜੇ ਉਹ ਇੱਕ ਥਾਂ 'ਤੇ ਰੁਕ ਜਾਊਗਾ ਤਾਂ ਉਹਦਾ ਜਿਹੜਾ ਹੈਗਾ ਉਹ ਘਟਣਾ ਸ਼ੁਰੂ ਹੋ ਜਾਊਗਾ। ਤੋ ਇਸ ਕਵਿਤਾ ਦੇ ਵਿੱਚ ਕਵੀ ਅਸਲ ਵਿੱਚ ਇਸ ਵਿਧੀ ਰਾਹੀਂ ਜਾਂ ਇਹਨਾਂ ਵਗਦੇ ਪਾਣੀਆਂ ਦੇ ਹਵਾਲੇ ਨਾਲ ਉਹ ਜ਼ਿੰਦਗੀ ਦੀ ਗਤੀਸ਼ੀਲਤਾ ਦਾ ਸੁਨੇਹਾ ਦਿੰਦੇ ਆ। ਕਹਿੰਦੇ ਨੇ ਕਿ ਜ਼ਿੰਦਗੀ ਵਗਦੇ ਹੋਏ ਪਾਣੀ ਵਰਗੀ ਤਾਜ਼ਗੀ ਨਾਲ ਭਰੀ ਹੋਈ ਔਰ ਸਵੱਛਤਾ ਨਾਲ ਭਰੀ ਹੋਣੀ ਚਾਹੀਦੀ ਹੈ। ਔਰ ਜੇ ਜ਼ਿੰਦਗੀ ਰੁਕ ਗਈ ਕਿਸੇ ਥਾਂ 'ਤੇ ਤਾਂ ਇਹਦੇ ਵਿੱਚੋਂ ਖੜ੍ਹੇ ਹੋਏ ਪਾਣੀਆਂ ਵਾਂਗ ਮੁਸ਼ਕ ਮਾਰਨ ਲੱਗ ਜੂਗਾ, ਅਤੇ ਬੰਦੇ ਦਾ ਜੀਵਨ ਆ ਜਿਹੜਾ ਉਹ ਵਿਅਰਥ ਹੋ ਜੂਗਾ। ਔਰ ਇਸੇ ਤਰ੍ਹਾਂ ਹੀ ਸਾਡੇ ਕੋਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੀ ਦੂਸਰੀ ਕਵਿਤਾ ਹੈ ਫਕੀਰ ਦੀ ਸਦਾ। ਦੇਖੋ ਬੱਚੋ, ਪਹਿਲਾਂ ਦੋ ਸ਼ਬਦ ਹੀ ਸਮਝ ਲਓ, ਫਕੀਰ ਅਤੇ ਸਦਾ ਕੀ ਹੁੰਦਾ। ਫਕੀਰ ਹੁੰਦਾ ਰੱਬ ਨੂੰ ਮੰਨਣ ਵਾਲਾ ਬੰਦਾ, ਰੱਬ ਦੀ ਭਗਤੀ ਕਰਨ ਵਾਲਾ ਬੰਦਾ, ਫਕਰ ਜਿਹੜਾ ਰੱਬ ਦੀ ਭਗਤੀ ਵਿੱਚ ਲੀਨ ਰਹਿੰਦਾ। ਔਰ ਸਦਾ ਹੁੰਦੀ ਆ ਆਵਾਜ਼ ਜਾਂ ਪੁਕਾਰ। ਤਾਂ ਇੱਕ ਰੱਬ ਨੂੰ ਮੰਨਣ ਵਾਲੇ ਬੰਦੇ ਦੀ ਪੁਕਾਰ ਕੀ ਹੈ? ਕੀ ਪੁਕਾਰ ਇਹਨਾਂ ਦੀ? ਕਿ ਦਿਓ ਕਿ ਵਧੋਗੇ, ਵੰਡੋ ਨਾ ਮੁੱਕੋਗੇ, ਖਵਾਓ ਕਿ ਖਾਓਗੇ, ਜਿਉਣ ਦਿਓ ਕਿ ਜੀਵੋਗੇ। ਗੱਫੇ ਦੇ ਭਰ ਭਰ ਬਾਟੇ, ਪਿਆਰ ਦੇ, ਉਦਮ ਦੇ, ਖੁਸ਼ੀ ਦੇ, ਖੇੜੇ ਦੇ, ਗੁਆਂਢੀਆਂ ਨੂੰ, ਯਾਰਾਂ ਨੂੰ, ਗੈਰਾਂ ਨੂੰ, ਨਾ ਮਹਿਰਮਾਂ ਨੂੰ। ਅਤੇ ਸਭ ਦਾ ਰੱਬ ਭੰਡਾਰ ਖੋਲ੍ਹ ਦੇਵੇਗਾ ਤੁਹਾਡੇ ਲਈ, ਰਹਿਮਤਾਂ ਦੇ, ਰਹਿਮ ਦੇ, ਬਖਸ਼ਿਸ਼ਾਂ ਦੇ, ਅਤੇ ਸਦਾ ਰੱਖੇਗਾ ਤੁਹਾਨੂੰ ਛਤਰ ਛਾਇਆ ਹੇਠ ਆਪਣੀ। ਤੋ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਛੋਟੀ ਜਿਹੀ ਕਵਿਤਾ ਹੈ। ਇਹਦੇ ਵਿੱਚ ਸਦਾ ਦਾ ਭਾਵ ਹੈ ਆਵਾਜ਼, ਪੁਕਾਰ। ਦੂਸਰਾ ਸ਼ਬਦ ਇਹਦੇ ਵਿੱਚ ਆਇਆ ਮਹਿਰਮ। ਮਹਿਰਮ ਹੁੰਦਾ ਤੁਹਾਡਾ ਸੱਚਾ ਦੋਸਤ, ਜਿਹਦੇ ਨਾਲ ਤੁਹਾਡੇ ਮਨ ਦੇ, ਦਿਲ ਦੇ ਸਾਰੇ ਰਾਜ ਸਾਂਝੇ ਆ। ਔਰ ਇੱਕ ਸ਼ਬਦ ਇਹਦੇ ਵਿੱਚ ਆਇਆ ਗੈਰ। ਗੈਰ ਹੁੰਦਾ ਬੇਗਾਨਾ, ਜਿਹਨੂੰ ਅਸੀਂ ਆਪਣੇ ਦਿਲ ਦੀ ਅਤੇ ਅੰਦਰਲੀ ਗੱਲ ਨਹੀਂ ਦੱਸਦੇ। ਤੋ ਇਹ ਤਿੰਨ ਚਾਰ ਸ਼ਬਦ ਇਸ ਕਵਿਤਾ ਦੇ ਵਿੱਚ ਥੋੜ੍ਹੇ ਜਿਹੇ ਸਮਝਣ ਵਾਲੇ ਸੀ। ਤੋ ਇਸ ਕਵਿਤਾ ਦੇ ਵਿੱਚ ਕਵੀ ਕਹਿਣਾ ਕੀ ਚਾਹੁੰਦਾ? ਤਾਂ ਕਵੀ ਸਭ ਤੋਂ ਪਹਿਲਾਂ ਤਾਂ ਇਸ ਕਵਿਤਾ ਦੇ ਵਿੱਚ ਇੱਕ ਵੰਡ ਛਕਣ ਦਾ ਸੰਕਲਪ ਸਾਡੇ ਸਾਹਮਣੇ ਪੇਸ਼ ਕਰਦਾ ਹੈ ਨਾ। ਪਹਿਲੇ ਸਟੈਂਜੇ ਦੇ ਵਿੱਚ ਹੀ ਕਵੀ ਇੱਕ ਵੰਡ ਛਕਣ ਦਾ ਸੰਕਲਪ
ਪੇਸ਼ ਕਰਦਾ। ਆਪਾਂ ਜਦੋਂ ਇਸ ਕਵਿਤਾ ਦੀ ਦੁਹਰਾਈ ਕਰਾਂਗੇ ਤਾਂ ਸਾਨੂੰ ਸਮਝ ਲੱਗ ਜੂ। ਦੂਸਰਾ, ਇਸ ਕਵਿਤਾ ਦੇ ਵਿੱਚ ਇੱਕ ਕਨਸੈਪਟ ਇਹ ਵੀ ਕਵੀ ਪੇਸ਼ ਕਰਦਾ ਕਿ ਜੀਓ ਅਤੇ ਜਿਉਣ ਦਿਓ। ਆਪ ਵੀ ਜੀਓ ਅਤੇ ਲੋਕਾਂ ਨੂੰ ਵੀ ਜਿਉਣ ਦਿਓ। ਆਪ ਪਰੇਸ਼ਾਨ ਨਾ ਹੋਵੋ ਅਤੇ ਨਾ ਲੋਕਾਂ ਨੂੰ ਕਰੋ। ਔਰ ਆਖਰੀ ਗੱਲ ਇਸ ਕਵਿਤਾ ਦੇ ਵਿੱਚ ਕਵੀ ਕੁੱਲ ਮਿਲਾ ਕੇ ਸਾਰੇ ਸੰਸਾਰ ਨੂੰ ਇੱਕ ਸ਼ਾਂਤੀ ਦਾ, ਇੱਕ ਅਮਨ ਦਾ ਸੁਨੇਹਾ ਦੇਣ ਦੀ ਕੋਸ਼ਿਸ਼। ਦੇਖੋ, ਅਸੀਂ ਦੇਖਦੇ ਹਾਂ ਕਿ ਉਹ ਕਹਿੰਦੇ ਕਿ ਦਿਓ ਕਿ ਵਧੋਗੇ, ਵੰਡੋ ਨਾ ਮੁੱਕੋਗੇ, ਖਵਾਓ ਕਿ ਖਾਓਗੇ, ਜਿਉਣ ਦਿਓ ਕਿ ਜੀਵੋਗੇ। ਦੇਖੋ, ਵੰਡੋ, ਦਿਓ ਕਿ ਵਧੋਗੇ, ਵੰਡੋ ਨਾ ਮੁੱਕੋਗੇ, ਇਹ ਵੰਡ ਛਕਣ ਦਾ ਸੰਕਲਪ ਆ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤਾ ਸੀਗਾ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਸਾਰਾ ਕਨਸੈਪਟ ਆ ਜਿਹੜਾ ਇਸ ਕਵਿਤਾ ਦੇ ਵਿੱਚ ਪੇਸ਼ ਹੁੰਦਾ। ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਜਿਹੜਾ ਸੰਕਲਪ ਆ ਕਿ ਦੇਖੋ, ਵੰਡੋ ਕਿ ਜਿਵੇਂ ਜਿਵੇਂ ਤੁਸੀਂ ਵੰਡੋਗੇ ਤੁਹਾਡੇ ਕੋਲੋਂ ਕਦੇ ਕੋਈ ਭੰਡਾਰਾ ਮੁੱਕੇਗਾ ਨਹੀਂ। ਖਵਾਓ, ਜੇ ਤੁਸੀਂ ਖੁਦ ਖਾਣਾ ਚਾਹੁੰਦੇ ਹੋ ਤਾਂ ਕਿਸੇ ਹੋਰ ਨੂੰ ਵੀ ਖਵਾਓ। ਜੇ ਤੁਸੀਂ ਖੁਦ ਜਿਉਣਾ ਚਾਹੁੰਦੇ ਹੋ ਤਾਂ ਦੂਜਿਆਂ ਨੂੰ ਵੀ ਜਿਉਣ ਦਿਓ, ਹੈ ਨਾ। ਇਸੇ ਤਰ੍ਹਾਂ ਹੀ ਅਗਲੀ ਗੱਲ ਆ ਵੀ ਗੱਫੇ ਦਿਓ ਸਭ ਨੂੰ ਭਰ ਭਰ ਕੇ। ਕਾਹਦੇ? ਪਿਆਰ ਦੇ, ਹਿੰਮਤ ਦੇ, ਉੱਦਮ ਦੇ, ਖੁਸ਼ੀ ਦੇ, ਖੇੜਿਆਂ ਦੇ, ਹੈ ਨਾ, ਖੁਸ਼ੀਆਂ ਦੇ। ਸਭ ਨੂੰ ਦਿਓ। ਕਿਹਨੂੰ? ਗੁਆਂਢੀਆਂ ਨੂੰ ਵੀ ਦੇ ਦਿਓ, ਯਾਰਾਂ ਨੂੰ ਵੀ, ਗੈਰਾਂ ਨੂੰ ਵੀ, ਜਿਹੜੇ ਤੁਹਾਡੇ ਨਹੀਂ ਵੀ ਦੋਸਤ ਉਹਨਾਂ ਨੂੰ ਵੀ, ਨਾ ਮਹਿਰਮਾਂ ਨੂੰ, ਜਿਹੜੇ ਤੁਹਾਡੇ ਸੱਚੇ ਦੋਸਤ ਨਹੀਂ ਉਹਨਾਂ ਨੂੰ ਵੀ, ਜਿਹੜੇ ਰੱਬ ਨੂੰ ਮੰਨਣ ਵਾਲੇ ਲੋਕ ਆ, ਫਕੀਰ ਲੋਕ ਆ, ਇਹ ਪੁਕਾਰ ਕਰਦੇ ਕਿ ਉਹਨਾਂ ਨੂੰ ਵੀ ਇਹ ਗੱਫੇ ਦਿਓ। ਜੋ ਵੀ ਤੁਹਾਡੇ ਕੋਲ ਹੈ, ਖੁਸ਼ੀ ਹੈ, ਉੱਦਮ ਹੈ, ਪਿਆਰ ਹੈ, ਮੁਹੱਬਤ ਹੈ, ਸਾਰੀ ਦੁਨੀਆ 'ਚ ਵੰਡੋ ਅਤੇ ਸਭ ਦਾ ਰੱਬ ਤੁਹਾਡੇ ਲਈ ਭੰਡਾਰ ਖੋਲ੍ਹ ਦੇਵੇਗਾ। ਕਾਹਦੇ ਲਈ? ਰਹਿਮਤਾਂ ਦੇ। ਤੁਹਾਡੇ 'ਤੇ ਰਹਿਮ ਹੋ ਜੂਗਾ ਰੱਬ, 'ਤੇ ਬਖਸ਼ਿਸ਼ਾਂ ਹੋ ਜਾਣਗੀਆਂ ਅਤੇ ਸਦਾ ਰੱਖੇਗਾ ਤੁਹਾਨੂੰ ਆਪਣੀ ਛਤਰ ਛਾਇਆ ਹੇਠ। ਤੋ ਇਹ ਰੱਬ ਨੂੰ ਮੰਨਣ ਵਾਲੇ ਬੰਦੇ ਦੀ ਇੱਕ ਪੁਕਾਰ ਹੈ ਇਸ ਕਵਿਤਾ ਦੇ ਵਿੱਚ ਕਿ ਕਿਵੇਂ ਉਹ ਸਾਰੀ ਦੁਨੀਆ ਲਈ, ਸਮੁੱਚੀ ਦੁਨੀਆ ਲਈ ਅਮਨ ਔਰ ਸ਼ਾਂਤੀ ਦੀ ਮੰਗ ਕਰਦਾ। ਔਰ ਇਹਦੇ ਨਾਲ ਹੀ ਦੇਖੋ, ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਇਸ ਕਵਿਤਾ ਦੇ ਵਿੱਚ ਕਵੀ 3 ਮਹੱਤਵਪੂਰਨ ਚੀਜ਼ਾਂ ਪੇਸ਼ ਕਰਦਾ। ਪਹਿਲੀ ਕਿ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਸੰਕਲਪ ਹੈ ਇਸ ਕਵਿਤਾ ਦੇ ਵਿੱਚ। ਰੱਬ ਨੂੰ ਮੰਨਣ ਵਾਲਾ ਇੱਕ ਬੰਦਾ, ਨਾਮ ਜਪਣ ਵਾਲਾ ਇੱਕ ਬੰਦਾ ਕਿਰਤ ਕਰਨ ਦੀ ਗੱਲ ਕਰਦਾ ਔਰ ਨਾਲ ਨਾਲ ਉਸ ਕਿਰਤ ਨੂੰ ਵੰਡ ਕੇ ਛਕਣ ਦੀ ਗੱਲ ਕਰਦਾ। ਔਰ ਜੀਓ ਅਤੇ ਜਿਉਣ ਦਿਓ ਦੇ ਸੰਕਲਪ ਨੂੰ ਪੇਸ਼ ਕਰਦਾ ਕਿ ਜੇ ਤੁਸੀਂ ਖੁਦ ਜਿਉਣਾ ਚਾਹੁੰਦੇ ਹੋ ਤਾਂ ਲੋਕਾਂ ਨੂੰ ਵੀ ਜਿਉਣ ਦਿਓ, ਖੁਦ ਖਾਣਾ ਚਾਹੁੰਦੇ ਹੋ ਤਾਂ ਲੋਕਾਂ ਨੂੰ ਵੀ ਵੰਡੋ। ਸਭ ਨੂੰ ਪਿਆਰ, ਮੁਹੱਬਤ, ਹਿੰਮਤ ਦੇ ਜਿਹੜੇ ਗੱਫੇ ਭਰ ਭਰ ਕੇ ਵੰਡੋ। ਜੇ ਤੁਹਾਡੇ ਕੋਲ ਹੈਗੇ ਆ ਤਾਂ ਫਿਰ ਤੁਸੀਂ ਦੇਖਿਓ ਕਿ ਰੱਬ ਤੁਹਾਡੇ ਲਈ ਸਾਰੇ ਭੰਡਾਰ ਖੋਲ੍ਹ ਦੂਗਾ ਰਹਿਮਤਾਂ ਦੇ, ਬਖਸ਼ਿਸ਼ਾਂ ਦੇ, ਅਤੇ ਤੁਹਾਨੂੰ ਆਪਣੀ ਛਤਰ ਛਾਇਆ ਹੇਠ ਰੱਖੇਗਾ ਜਿੱਥੇ ਤੁਸੀਂ ਸਦਾ ਹੀ ਖੁਸ਼ ਰਹੋਗੇ। ਪਿਆਰੇ ਬੱਚਿਓ, ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੇ ਜੀਵਨ ਬਾਰੇ ਕੁਝ ਗੱਲਾਂ ਬਾਤਾਂ ਪੜ੍ਹੀਆਂ ਔਰ ਇਹਦੇ ਨਾਲ ਹੀ ਅਸੀਂ ਉਹਨਾਂ ਦੀਆਂ 2 ਕਵਿਤਾਵਾਂ ਵਗਦੇ ਪਾਣੀ ਅਤੇ ਫਕੀਰ ਦੀ ਸਦਾ ਇਸ ਲੈਕਚਰ ਦੇ ਵਿੱਚ ਪੜ੍ਹੀਆਂ। ਤੁਸੀਂ ਇਹਨਾਂ ਦੋਨਾਂ ਕਵਿਤਾਵਾਂ ਦੇ ਕੇਂਦਰੀ ਭਾਵ ਔਰ ਪ੍ਰਸੰਗ ਵਿਆਖਿਆ ਆਪਣੀਆਂ ਕਾਪੀਆਂ ਉੱਪਰ ਲਿਖਣੀ ਹੈ ਪਿਆਰੇ ਬੱਚਿਓ। ਔਰ ਜੇ ਕਿਸੇ ਵਿਦਿਆਰਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਅਧਿਆਪਕ ਦੀ ਮਦਦ ਲੈਣੀ ਆ। ਮੈਂ ਆਸ ਕਰਦਾ ਕਿ ਤੁਸੀਂ ਅੱਜ ਦੇ ਇਸ ਲੈਕਚਰ ਦਾ ਪੂਰਾ ਲਾਭ ਉਠਾਓਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ।